एक चित एक छिन्न ते आइए, काल फास के बीच न आइए। आओ जयकारा बुलंद करके हजूर महाराज साहब जी दे प्रवचनां दे नाल जुड़िए। कबीर सेवा को दो भले, एक संत एक राम, राम जो दाता मुत के संत जपा में नाम। सतगुरु रविदास महाराज जी आखते हैं कि श्रम को ईश्वर जानकर जो पूजे दिन रैन, रविदास दिन ही संसार में सदा मिले सुख चैन। जो बोले सो निरभय। सतगुरु रविदास महाराज की जय। परम सत्कारयोग परम पूजे गुरुदेव जी महाराज गुरचरना विच विराजमान समूह साध संगत जीओ, आप सब नूं जय गुरुदेव जय। फूली सब गुलजार, धरती सब हरियावली, सुंदर बाग बहार, बुलबुल मस्त बहार पर, भंबरा गुलजार, निमन फल बहु बाग में, गल गल आम अनार, चढ़िया फागन मास जब, फूली सब गुलजार, धरती सब हरियावली, सुंदर बाग बहार, बुलबुल मस्त बहार पर, भंबरा गुलजार, निमन फल बहु बाग में, गल गल आम अनार। साहिब श्री गुरु रविदास महाराज जी दे पावन दरबार दे विच जुड़ बैठे गुरु प्यारी साध संगत जीओ, सारियां संगतां नूं दास वल्लों जय गुरुदेव। अज असीं सारियां ही संगतां फग्गन महीने की संक्रांति दे उपर गुरु घर विच जुड़ बैठियां हाँ। अपने गुरु जी की बाणी नूं सरवण कीता है।
ਸ਼ਬਦ ਕੀਰਤਨ ਸਰਵਨ ਕੀਤਾ ਹੈ। ਥੋੜਾ ਜਿਹਾ ਸਨਮਾਨ ਜਿਹੜਾ ਸੀ ਉਹ ਕੁਝ ਸੰਗਤਾਂ ਦਾ ਕੀਤਾ ਹੈ, ਕਿਉਂਕਿ 7 ਤਰੀਕ ਨੂੰ ਸਨਮਾਨ ਸਮਾਰੋਹ ਦੇ ਵਿੱਚ ਕਿਸੇ ਕਾਰਨ ਵਾਸੋ ਸੇਵਾਦਾਰ ਰਹਿ ਗਏ ਸਨ। ਦਾਸ ਬੇਨਤੀ ਕਰ ਦੇਵੇ, ਅਸੀਂ ਸਾਰੇ ਹੀ ਗੁਰੂ ਘਰ ਦੇ ਸੇਵਾਦਾਰ ਹਾਂ ਤੇ ਸਾਰਿਆਂ ਦਾ ਹੀ ਇੱਥੇ ਆਉਣ ਤੇ ਸਨਮਾਨ ਹੈ। ਸਾਰੇ ਹੀ ਗੁਰੂ ਘਰ ਦੇ ਪ੍ਰੇਮੀ ਹਨ, ਕੋਈ ਛੋਟਾ ਨਹੀਂ ਹੈ, ਕੋਈ ਵੱਡਾ ਨਹੀਂ ਹੈ, ਸਾਰੇ ਬਰਾਬਰ ਹਨ। ਪਰ ਜਿਸ ਤਰ੍ਹਾਂ ਸਕੂਲ ਦੇ ਵਿੱਚ ਸਾਰੇ ਬੱਚੇ ਇੱਕੋ ਜਿਹੇ ਹੀ ਨੇ, ਸਾਰੇ ਪੜ੍ਹਦੇ ਹੀ ਨੇ, ਪਰ ਕਦੀ ਫਸਟ ਸੈਕਿੰਡ ਥਰਡ ਨੂੰ ਇਨਾਮ ਦਿੱਤਾ ਜਾਂਦਾ ਹੈ। ਮੇਰੀ ਸੇਵਾਦਾਰਾਂ ਅੱਗੇ ਬੇਨਤੀ ਹੈ, ਬਹੁਤ ਸਾਰੇ ਸੇਵਾਦਾਰਾਂ ਨੇ ਸੋਚਣਾ ਸਾਨੂੰ ਤੇ ਮਿਲਿਆ ਨਹੀਂ, ਉਸ ਨੂੰ ਮਿਲ ਗਿਆ ਸਨਮਾਨ। ਬੇਸਿਕਲ ਜਦੋਂ ਕਰੋਨਾ ਕਾਲ ਹੋਇਆ ਤੇ ਇਹਨਾਂ ਸੇਵਾਦਾਰਾਂ ਨੇ ਦਿਨ ਰਾਤ ਸੇਵਾ ਕੀਤੀ ਸੀ। ਹੈ ਤੇ ਤੁਸੀਂ ਸਾਰੇ ਹੀ ਸੇਵਾਦਾਰ ਹੀ ਹੋ। ਕਿਸੇ ਨੇ ਲੰਗਰ ਪਕਾਉਣ ਦੀ, ਕਿਸੇ ਨੇ ਵੰਡਣ ਦੀ, ਕਿਸੇ ਨੇ ਕੋਈ ਸੇਵਾ, ਕਿਸੇ ਨੇ ਕੋਈ ਸੇਵਾ ਨਿਭਾਈ। ਉਦੋਂ ਕੋਈ ਘਰ ਚੋਂ ਬਾਹਰ ਨਹੀਂ ਸੀ ਨਿਕਲਦਾ ਨਾ। ਇਹ 3-3 ਹਜ਼ਾਰ ਲੋਕਾਂ ਨੂੰ, ਇਹ ਬੀਬੀਆਂ ਤੇ ਇਹ ਬੱਚੇ ਉੱਥੇ ਸੇਵਾ ਪਹੁੰਚਾਉਂਦੇ ਰਹੇ ਲੋਕਾਂ ਤੱਕ। ਰੋਜ਼ਾਨਾ 3-3 ਹਜ਼ਾਰ ਲੋਕਾਂ ਨੂੰ ਇੱਥੇ ਖਾਣਾ ਬਣਾ ਕਰਕੇ ਬੀਬੀਆਂ ਵੰਡਦੀਆਂ ਰਹੀਆਂ। ਕੋਈ ਘਰਾਂ ਚੋਂ ਉਦੋਂ ਨਿਕਲਣ ਵਾਸਤੇ ਤਿਆਰ ਨਹੀਂ ਸੀ ਹੁੰਦਾ। ਮੇਰੇ ਮਨ ਦੇ ਵਿੱਚ ਸੋਚ ਸੀ ਕਿ ਸਾਰੇ ਸੇਵਾਦਾਰਾਂ ਨੂੰ ਬੁਲਾ ਕਰਕੇ ਇਹਨਾਂ ਨੂੰ ਛੋਟਾ ਜਿਹਾ ਸਨਮਾਨ ਦਿੱਤਾ ਜਾਏ। ਤੁਸੀਂ ਸਾਰੇ ਹੀ ਸਨਮਾਨਯੋਗ ਹੋ। ਜਿਨ੍ਹਾਂ ਨੂੰ ਸਟੇਜ ਤੇ ਬੁਲਾ ਕੇ ਸਨਮਾਨ ਨਹੀਂ ਕੀਤਾ ਉਹ ਵੀ ਸਨਮਾਨਯੋਗ ਹੀ ਨੇ। ਮਤ ਸੋਚਣ ਕਿ ਅਸੀਂ ਉਹਨਾਂ ਦੀਆਂ ਨਜ਼ਰਾਂ 'ਚ ਨਹੀਂ ਆ, ਗੁਰੂ ਦੀਆਂ 'ਚ। ਤੁਸੀਂ ਕਿਤੇ ਵੀ ਬੈਠੇ ਸੇਵਾ ਕਰ ਰਹੇ ਹੋ ਨਾ, ਸਤਿਗੁਰ ਰਵਿਦਾਸ ਜੀ ਤੁਹਾਨੂੰ ਜਾਣਦੇ ਨੇ, ਉੱਥੇ ਹੀ ਸੇਵਾ ਕਰਦੇ ਵੇਖ ਰਹੇ ਨੇ। ਕਦੇ ਨਹੀਂ ਮਨ 'ਚ ਸੋਚਣਾ ਕਿ ਅਸੀਂ ਸੈਂਤ ਲਿਸਟ ਵਿੱਚ ਨਹੀਂ ਹਾਂ। ਸੈਂਤ ਤੁਸੀਂ ਉਸ ਲਿਸਟ ਦੇ ਵਿੱਚ ਹੋਵੋ ਜਿਨ੍ਹਾਂ ਨੂੰ ਸਨਮਾਨ ਨਹੀਂ ਮਿਲਿਆ। ਇੱਕ ਵਾਰ ਕਿਤੇ ਪਤਾ ਚੱਲਿਆ ਕਿ ਗੁਰੂ ਜੀ ਨੇ ਸਨਮਾਨ ਚੰਗੇ ਸੇਵਾਦਾਰ ਜਿਹੜੇ ਉਹਨਾਂ ਦੇ ਯਾਦ ਕਰਦੇ ਨੇ, ਉਹਨਾਂ ਦੀ ਲਿਸਟ ਬਣਾਈ ਹੈ। ਤੋ ਇੱਕ ਸੇਵਾਦਾਰ ਉਹਨਾਂ ਦਾ ਸੀ, ਵਿਚਾਰਾ ਬੜਾ ਸ਼ਰੀਫ ਜਿਹਾ, ਤੇ ਦੂਸਰੇ ਉਹਨੂੰ ਟਿਚਕਰਾਂ ਕਰਨ ਡੈ ਪਏ, ਚੱਲ ਗੁਰੂ ਕੋਲੋਂ ਪੁੱਛ ਤੇਰੀ ਵੀ ਲਿਸਟ 'ਚ ਨਾਂ ਹੈ ਕਿ ਨਹੀਂ ਹੈ। ਕਹਿੰਦਾ ਨਹੀਂ, ਮੈਂ ਨਾਂ ਲਿਖਾਉਣ ਲਈ ਨਹੀਂ ਕਿਹਾ। ਕਹਿੰਦੇ ਤਾਂ ਵੀ ਪੁੱਛ ਲੈਣਾ ਚਾਹੀਦਾ। ਉਹ ਗੁਰੂ ਜੀ ਦੇ ਕੋਲ ਚਲੇ ਗਏ। ਗੁਰੂ ਜੀ ਸੁਣਿਆ ਤੁਸੀਂ ਜਿਹੜੇ ਸੇਵਾਦਾਰ ਤੁਹਾਡਾ ਨਾਮ ਜਪਦੇ ਨੇ, ਤੁਹਾਨੂੰ ਯਾਦ ਕਰਦੇ ਨੇ, ਉਹਨਾਂ ਦੀ ਲਿਸਟ ਕੋਈ ਬਣਾਈ ਆ? ਕਹਿੰਦੇ ਹਾਂ ਉਹ ਬਣਾਈ ਹੈ। ਉਹਨਾਂ ਦੇ ਨਾਂ ਕੀ ਹੈ? ਕਹਿੰਦੇ ਉਹਨਾਂ ਦਾ ਨਾਂ ਹੈ ਕੇਵਲ, ਉਹਦਾ ਨਾਂ ਹੈ ਵਿਜੇ, ਉਹਦਾ ਨਾਂ ਹੈ ਰਾਣੀ ਦੇਵੀ, ਜਿਹੜੇ ਮੈਨੂੰ ਯਾਦ ਕਰਦੇ ਨੇ। ਉਹ ਵਿਚਾਰੇ ਦਾ ਕਿਤੇ ਨਾਂ ਨਹੀਂ ਆਇਆ। ਜਿਹੜਾ ਵਿਚਾਰਾ ਸੇਵਾਦਾਰ ਸੀ ਨਾ, ਇੱਕ ਜਿਹਨੂੰ ਲੈ ਕੇ ਗਏ 2-4 ਹੋਰ ਉਹਦੇ ਸਾਥੀ, ਉਹਨਾਂ ਦਾ ਨਾਂ ਉਹਦੇ ਵਿੱਚ ਨਹੀਂ ਆਇਆ। ਕਹਿੰਦੇ ਮਹਾਰਾਜ ਇਹ ਭਾਗੇ ਦਾ ਨਾਂ ਨਹੀਂ ਆਇਆ ਵਿੱਚ। ਕਹਿੰਦੇ ਇਹ ਉਹਨਾਂ ਸੇਵਾਦਾਰਾਂ ਦੀ ਲਿਸਟ ਮੈਂ ਦੱਸ ਦਿੱਤੀ ਹੈ ਜਿਹੜੇ ਮੈਨੂੰ ਯਾਦ ਕਰਦੇ ਨੇ, ਇਹਨਾਂ ਤੋਂ ਬਿਨਾਂ ਕੋਈ ਲਿਸਟ ਨਹੀਂ। ਕਹਿੰਦੇ ਇੱਕ ਹੋਰ ਲਿਸਟ ਹੈ ਮੇਰੇ ਕੋਲ ਵੈਸੇ।
ਕਹਿੰਦੇ ਉਹ ਕਿਹੜੀ ਆ? ਕਹਿੰਦੇ ਜਿਨ੍ਹਾਂ ਨੂੰ ਮੈਂ ਯਾਦ ਕਰਨਾ, ਜਿਨ੍ਹਾਂ ਨੂੰ ਮੈਂ ਯਾਦ ਕਰਨਾ। ਤੇ ਕਹਿੰਦੇ ਉਹ ਕਿਹਦੀ ਲਿਸਟ? ਕਹਿੰਦੇ ਉਹ ਆ ਫੱਗੂ ਰਾਮ, ਭਾਗੂ ਰਾਮ, ਸੱਜੂ ਰਾਮ, ਇਹਨਾਂ ਨੂੰ ਮੈਂ ਯਾਦ ਕਰਨਾ। ਹੋ ਸਕਦਾ ਅਸੀਂ ਇਹ ਨਹੀਂ ਸੋਚਣਾ ਕਿ ਅਸੀਂ ਖਰੇ ਲਿਸਟ ਵਿੱਚ ਨਹੀਂ ਆ, ਅਸੀਂ ਉਸ ਲਿਸਟ 'ਚ ਹੋਵਾਂਗੇ ਜਿਹੜੀ ਗੁਰੂ ਜੀ ਦੀਆਂ ਨਜ਼ਰਾਂ 'ਚ ਅਸੀਂ। ਇਸ ਕਰਕੇ ਇਹ ਛੋਟਾ ਜਿਹਾ ਸਨਮਾਨ ਕੇਵਲ ਉਹਨਾਂ ਸੰਗਤਾਂ ਦੇ ਲਈ ਜਿਨ੍ਹਾਂ ਕਰੋਨਾ ਕਾਲ ਦੇ ਵਿੱਚ ਬਹੁਤ ਸਾਰੀ ਸੇਵਾ ਨਿਭਾਈ, ਜਿਹੜੇ ਪਾਠੀ ਦਿਨ ਰਾਤ ਮਿਹਨਤ ਕਰਦੇ ਨੇ, ਜਿਹੜੇ ਸੇਵਾਦਾਰ ਲਗਾਤਾਰ ਡੇਰੇ ਦੇ ਵਿੱਚ ਸੇਵਾ ਨਿਭਾ ਰਹੇ ਨੇ, ਤਾਂ ਉਹਨਾਂ ਨੂੰ ਛੋਟਾ ਜਿਹਾ ਸਨਮਾਨ ਕੀਤਾ ਗਿਆ। ਬਾਕੀ ਤੁਸੀਂ ਸਾਰੇ ਹੀ ਸਨਮਾਨਯੋਗ ਹੋ। ਕਦੀ ਇਹ ਨਹੀਂ ਸੋਚਣਾ ਕਿ ਕੇਵਲ ਸੈਂਤ ਦੇਖ ਲਿਖ ਕਰ ਗਿਆ, ਰਾਣੀ ਦੇਖ ਲਿਖ ਕਰ ਗਈ ਹੈ, ਜਾਂ ਫਲਾਣਾ ਸੇਵਾ ਦਿਲ ਦੇਖ ਲਿਖ ਕਰ ਗਿਆ। ਕਿਸੇ ਨੇ ਨਹੀਂ ਕੀਤੀ। ਕੇਵਲ ਤੇ ਕੇਵਲ ਉਦੋਂ ਦੀਆਂ ਲਿਸਟਾਂ ਕਰੋਨਾ ਕਾਲ ਦੀਆਂ ਪਈਆਂ ਹੋਈਆਂ ਸਨ ਕਿ ਕਿਹੜੇ ਕਿਹੜੇ ਸੇਵਾਦਾਰ ਕਿੱਥੇ ਕਿੱਥੇ ਸੇਵਾ ਨਿਭਾਉਂਦੇ ਰਹੇ, ਉਹਨਾਂ ਨੂੰ ਇਹ ਸਨਮਾਨ ਕੀਤਾ ਗਿਆ। ਇਸ ਕਰਕੇ ਗਲਤ ਫਹਿਮੀ ਆਪਣੇ ਮਨਾਂ 'ਚ ਨਹੀਂ ਰੱਖਣੀ। ਤੁਸੀਂ ਸਾਰੇ ਗੁਰੂ ਦੇ ਪ੍ਰੇਮੀ ਹੋ। ਇਹ ਸਾਡਾ ਗੁਰੂ ਘਰ ਹੈ ਤੇ ਗੁਰੂ ਘਰ ਦੇ ਵਿੱਚ ਸਾਨੂੰ ਆਪਣੀ ਆਪਣੀ ਸੇਵਾ ਮਿਲ ਰਹੀ ਹੈ। ਦਾਸ ਨੇ 7 ਤਰੀਕ ਨੂੰ ਵੀ ਕਿਹਾ ਸੀ, 7 ਤਰੀਕ ਸਾਰੀਆਂ ਸੰਗਤਾਂ ਨੂੰ ਅਸੀਂ ਨਹੀਂ ਬੁਲਾਇਆ। ਉਸ ਦਿਨ ਵੀ ਫੋਨ ਕਾਫੀ ਆ ਰਹੇ। ਔਰੰਗਾਬਾਦ ਤੋਂ ਇੱਕ ਨੇ ਫੋਨ ਕੀਤਾ, ਮੈਨੂੰ ਕਹਿਣ ਲੱਗਾ ਮੈਂ ਦੀਦੀ ਨਾਲ ਲੜਨਾ ਹੈ। ਮੈਂ ਕਿਹਾ ਕਿਹੜੀ ਗੱਲੋਂ? ਉਂਝ ਤਾਂ ਹਰ ਗੱਲ ਸ਼ੇਅਰ ਕਰਦੇ, ਪਰ ਦੀਦੀ ਨੇ ਇਹ ਪ੍ਰੋਗਰਾਮ ਲਈ ਕਿਉਂ ਨਹੀਂ ਦੱਸਿਆ 7 ਤਰੀਕ? ਮੈਂ ਕਿਹਾ ਦੇਖੋ ਬੇਟਾ, ਇਹ ਪ੍ਰੋਗਰਾਮ ਇਸ ਲਈ ਨਹੀਂ ਦੱਸਿਆ, ਇਹ ਕੇਵਲ ਜਿਹੜੇ ਸਾਡੇ ਖਾਸ ਸੇਵਾਦਾਰ ਨੇ ਉਹਨਾਂ ਦਾ ਪ੍ਰੋਗਰਾਮ ਸੀ। ਸਾਰੀ ਸੰਗਤ ਉਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਜਾਂਦੀ ਤੇ ਸ਼ਾਇਦ ਇਹ ਪ੍ਰੋਗਰਾਮ ਕਾਮਯਾਬ ਨਾ ਹੁੰਦਾ। ਕੁਝ ਮੀਟਿੰਗਾਂ ਸਨ ਸਾਡੀਆਂ ਪਾਠੀਆਂ ਨਾਲ, ਸਿਕਿਉਰਿਟੀ ਵਾਲਿਆਂ ਨਾਲ, ਸਾਰਿਆਂ ਨਾਲ। ਤੋ ਇਸ ਕਰਕੇ ਉਹਨਾਂ ਦੀ ਸੇਵਾ ਦੇ ਵਿੱਚ, ਉਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਆਪ ਸਭ ਨੂੰ ਬੁਲਾ ਲਿਆ ਜਾਂਦਾ ਤੇ ਹੋ ਸਕਦਾ ਅਸੀਂ ਉਹ ਕੰਮ 'ਚ ਸਫਲ ਨਾ ਹੋ ਪਾਉਂਦੇ। ਤੋ ਇਸ ਕਰਕੇ ਆਪ ਸਾਰੇ ਹੀ ਨਜ਼ਰਾਂ 'ਚ ਉਹ ਗੁਰੂ ਜੀ ਦੀਆਂ 'ਚ ਉਹ ਗੱਟ ਗੱਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਸੰਨ। ਤੋਂ ਤੁਹਾਡੇ ਦਿਲਾਂ ਦੀਆਂ ਗੱਲਾਂ ਨੂੰ ਜਾਣਦਾ, ਉਹ ਤੁਹਾਡੀ ਸਰਦਾ ਨੂੰ ਜਾਣਦਾ, ਉਹ ਤੁਹਾਡੇ ਪਿਆਰ ਨੂੰ ਜਾਣਦਾ। ਉਹ ਜਾਣਦਾ ਸਤਿਗੁਰ ਮੇਰਾ ਕਿ ਤੁਹਾਡੇ ਦਿਲਾਂ 'ਚ ਕਿਤਨੀ ਸਰਦਾ ਹੈ, ਕਿਤਨਾ ਪਿਆਰ ਹੈ। ਅੱਜ ਸਵੇਰ ਦੇ ਟਾਈਮ ਤੇ ਸਾਰੇ ਸੇਵਾਦਾਰ ਹੈਰਾਨ ਸਨ। ਪ੍ਰਭਾਤ ਫੇਰੀਆਂ ਆਈਆਂ। ਮੈਂ ਸਵੇਰੇ ਸਵੇਰੇ ਜਦੋਂ ਆਸ਼ਰਮ ਚੋਂ ਆਇਆ, ਚਾਰੇ ਪਾਸੋਂ ਆਵਾਜ਼ਾਂ ਆ ਰਹੀਆਂ ਸਨ, ਸਾਡੀਆਂ ਬੇਟੀਆਂ ਦੀਆਂ, ਸਾਡੇ ਬੱਚਿਆਂ ਦੀਆਂ। ਇਸ ਤਰ੍ਹਾਂ ਹੱਥਾਂ ਦੇ ਵਿੱਚ ਟਾਰਚਾਂ ਲਈਆਂ ਹੋਈਆਂ, ਜਿਸ ਤਰ੍ਹਾਂ ਇਹ ਡੇਰਾ ਚੌਮੁਖੀ ਹੈ, ਹਰ ਪਾਸਿਓਂ ਰੋਡ ਲੱਗਦਾ ਇਸ ਨੂੰ, ਤੇ ਸਾਰੇ ਪਾਸਿਓਂ ਆ ਰਹੇ ਸਨ। ਜਿਸ ਤਰ੍ਹਾਂ ਫੁੱਲਾਂ ਦੇ ਉੱਪਰ ਭਵਰੇ ਆ ਰਹੇ ਹੋਣ, ਜਿਸ ਤਰ੍ਹਾਂ ਬਹੁਤ ਸਾਰੀਆਂ ਕਿਉਲਾਂ ਗੀਤ ਗਾਉਂਦੀਆਂ ਬਾਗ ਦੇ ਵਿੱਚ ਆਂਦੀਆਂ ਹੋਣ, ਇਸ ਤਰ੍ਹਾਂ ਲੱਗ ਰਿਹਾ ਸੀ। ਸੇਵਾਦਾਰਾਂ ਨੇ ਬਹੁਤ ਵਧੀਆ ਸੇਵਾ ਨਿਭਾਈ। ਬੀਬੀਆਂ ਰਾਤ ਦੀਆਂ ਹੀ ਪਹੁੰਚੀਆਂ ਹੋਈਆਂ ਸਨ, ਉਹਨਾਂ ਨੇ ਬਹੁਤ ਸਾਰੀ ਸੇਵਾ ਨਿਭਾਈ। ਕੋਈ 10,000 ਦੇ ਕਰੀਬ ਸਵੇਰ ਦੇ ਟਾਈਮ ਤੇ ਇਹਨਾਂ ਪ੍ਰਭਾਤ ਫੇਰੀਆਂ ਦੇ ਵਿੱਚ ਜਿਹੜੇ ਲਾਗੋ ਲਾਗੋ ਪਿੰਡ ਸਨ ਉਹਨਾਂ ਨੇ ਹਿੱਸਾ ਲਿਆ ਤੇ ਉਹ ਸਵੇਰੇ ਗੁਰੂ ਚਰਨਾਂ 'ਚ ਸੀਸ ਝੁਕਾ ਕੇ ਆਸ਼ੀਰਵਾਦ ਲੈ ਕੇ ਆਪਣੇ ਆਪਣੇ ਘਰਾਂ ਨੂੰ ਵਾਪਸ ਗਏ, ਆਪਣੇ ਆਪਣੇ ਗੁਰੂ ਘਰਾਂ ਨੂੰ ਵਾਪਸ ਗਏ। ਸਤਿਗੁਰ ਕਿਰਪਾ ਕਰੇ ਇਸੇ ਤਰ੍ਹਾਂ ਉਹਨਾਂ ਦੀ ਸਰਧਾ, ਉਹਨਾਂ ਦਾ ਪਿਆਰ ਗੁਰੂ ਚਰਨਾਂ ਨਾਲ ਬਣਿਆ ਰਹੇ। ਤੇ ਸਵੇਰ ਤੋਂ ਪ੍ਰਭਾਤ ਫੇਰੀ ਤਪੋ ਸਥਾਨ ਤੋਂ ਸ਼ੁਰੂ ਹੋ ਰਹੀ ਹੈ।
ਪਦੜੋਏ ਦੀ ਸੰਗਤ ਇੱਥੇ ਜੇ ਪਹੁੰਚੀ ਹੋਏ ਸੈਂਤ ਬਾਅਦ 'ਚ ਦਾਸ ਨੂੰ ਸਮਾਂ ਹੀ ਨਾ ਮਿਲੇ ਦੱਸਣ ਦਾ, ਉਹ ਬੱਸ ਜਿੱਥੇ ਤੁਸੀਂ ਪਹਿਲਾਂ ਬੱਸਾਂ 'ਚ ਬਹਿੰਦੇ ਹੋ ਉੱਥੇ ਬੱਸਾਂ ਪਹੁੰਚ ਜਾਇਆ ਕਰਨਗੀਆਂ। ਸੈਂਤ ਕੱਲ ਤਪੋ ਸਥਾਨ ਤੋਂ ਇਹ ਪ੍ਰਭਾਤ ਫੇਰੀ ਚੱਲ ਕੇ ਰਾਣੀ ਜੀ ਦੇ ਘਰ ਜਾਏਗੀ ਔਰ ਉੱਥੇ ਗੁਰੂ ਜਸ ਗਾ ਕੇ ਫਿਰ ਗੁਰੂ ਘਰ ਪਰਤ ਕੇ ਆ ਜਾਏਗੀ। ਇਸ ਤਰ੍ਹਾਂ ਇਹ ਪ੍ਰਭਾਤ ਫੇਰੀਆਂ ਰੋਜ਼ਾਨਾ ਸ਼ੁਰੂ ਹੋ ਜਾਣਗੀਆਂ। ਜਿਨ੍ਹਾਂ ਵੀ ਸੰਗਤਾਂ ਦਾ ਸਮਾਂ ਹੋਵੇ ਉਹ ਜ਼ਰੂਰ ਪਹੁੰਚਿਆ ਕਰਨ। ਐਤਵਾਰ ਸਵੇਰੇ ਪ੍ਰਭਾਤ ਫੇਰੀ 5 ਵਜੇ ਹੋਣੀ ਹੈ। ਉਹ ਨਜ਼ਦੀਕ ਹੀ ਇੱਕ ਸਿੰਘ ਸਭਾ ਗੁਰਦੁਆਰਾ ਹੈ, ਉਹਨਾਂ ਨੇ ਕਿਹਾ ਵੱਧ ਤੋਂ ਵੱਧ ਸੰਗਤ ਆਏ ਸਾਡੇ ਤੋਂ। ਜਿਨ੍ਹਾਂ ਵੀ ਸੰਗਤਾਂ ਦਾ ਸਮਾਂ ਹੋਵੇ ਜ਼ਰੂਰ ਸਵੇਰੇ 5 ਵਜੇ ਗੁਰੂ ਘਰ ਵਿੱਚ ਪਹੁੰਚ ਜਾਇਆ ਕਰਨ ਤਾਂ ਕਿ ਇਹਨਾਂ ਪ੍ਰਭਾਤ ਫੇਰੀਆਂ 'ਚ ਤੁਸੀਂ ਸ਼ਾਮਲ ਹੋਵੋ। ਅਗਰ ਡੇਰਾ ਬਾਬਾ ਨਾਨਕ ਤੋਂ ਜਿਹੜਾ ਸੇਵਾਦਾਰ ਬੱਸ ਲੈ ਕੇ ਆਉਂਦਾ ਹੈ ਅਗਰ ਆਇਆ ਹੋਵੇ ਤੇ ਉਹ ਵੀ ਬਾਅਦ ਦੇ ਵਿੱਚ ਸਾਡੇ ਸੇਵਾਦਾਰਾਂ ਨੂੰ ਜ਼ਰੂਰ ਮਿਲ ਲਵੇ। ਇਹ ਜ਼ਰੂਰੀ ਬੇਨਤੀਆਂ ਸਨ। ਆਓ ਹੁਣ ਅਸੀਂ ਅੱਜ ਦਾ ਜੋ ਮਹੀਨਾ ਚੜਿਆ ਹੈ ਫੱਗਣ ਮਹੀਨਾ ਉਹਦੇ ਬਾਬਤ ਜਾਣੀਏ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਆਪਣੀ ਪਵਿੱਤਰ ਬਾਣੀ ਦੇ ਵਿੱਚ ਕਿਹਾ ਹੈ, ਚੜਿਆ ਫਾਗਣ ਮਾਸ ਜਬ ਫੋਲੀ ਸਭ ਗੁਲਜ਼ਾਰ। ਫੱਗਣ ਮਹੀਨੇ ਨੂੰ ਬਸੰਤ ਦਾ ਮਹੀਨਾ ਵੀ ਕਹਿ ਦਿੱਤਾ ਜਾਂਦਾ ਹੈ। ਜਦੋਂ ਬਹੁਤ ਸਾਰੀਆਂ ਸਰਦੀਆਂ ਪੈਂਦੀਆਂ ਨੇ, ਕੋਰੇ ਪੈਂਦੇ ਨੇ, ਸਾਰੀ ਬਨਸਪਤੀ ਕੋਰਿਆਂ ਦੇ ਨਾਲ ਸੜ ਜਾਂਦੀ ਹੈ। ਜਿਉਂ ਹੀ ਫੱਗਣ ਮਹੀਨਾ ਸ਼ੁਰੂ ਹੁੰਦਾ ਹੈ ਬਨਸਪਤੀ ਚੋਂ ਜੋ ਨਵੀਂ ਪੁਰਾਂਗ ਹੈ ਸ਼ੁਰੂ ਹੋ ਜਾਂਦੀ ਹੈ ਔਰ ਬਨਸਪਤੀ ਹਰੀ ਭਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਧਰਤੀ ਸਭ ਹਰਿਆਵਲੀ ਸੁੰਦਰ ਬਾਗ ਬਹਾਰ। ਧਰਤੀ ਹਰਿਆਵਲੀ ਹੋ ਜਾਂਦੀ ਹੈ, ਕਾਦਬਾਰਾ ਹਰਾ ਹੋ ਜਾਂਦਾ ਹੈ। ਬੁਲਬੁਲ ਮਸਤ ਬਹਾਰ ਪਾਰ ਤੇ ਭਵਰਾ ਪਈ ਗੁਲਜ਼ਾਰ। ਬੁਲਬੁਲ ਜਿਹੜੀ ਹੈ ਦੁਬਾਰਾ ਮਸਤੀ 'ਚ ਗਾਉਣ ਲੱਗ ਪੈਂਦੀ ਹੈ ਤੇ ਭਵਰਾ ਗੁਲਜ਼ਾਰ ਦੇ ਉੱਪਰ ਪੀ ਕਰਨ ਲੱਗ ਪੈਂਦਾ ਹੈ। ਫਲਾਂ ਨੂੰ, ਦਰ ਦਰਖਤਾਂ ਨੂੰ ਫਲ ਲੱਗਣੇ ਸ਼ੁਰੂ ਹੋ ਜਾਂਦੇ ਹਨ। ਇਹ ਫੱਗਣ ਮਹੀਨੇ ਲਈ ਗੁਰੂ ਜੀ ਨੇ ਕਿਹਾ। ਠੀਕ ਇਸੇ ਤਰ੍ਹਾਂ ਮਨੁੱਖੀ ਚੋਲਾ ਪਾਇਆ ਜਿਨ੍ਹਾਂ ਨੇ, ਇਹਦੇ ਵਿੱਚ ਜਿਨ੍ਹਾਂ ਨੇ ਨਾਮ ਦਾ ਸਿਮਰਨ ਕੀਤਾ, ਜਿਹੜੀਆਂ ਰੂਹਾਂ ਨਾਮ ਦੇ ਨਾਲ ਜੁੜ ਗਈਆਂ ਉਹਨਾਂ ਦੇ ਮਨ ਖਿੜ ਗਏ ਨੇ, ਹਰਿਆਵਲੇ ਹੋ ਗਏ ਨੇ। ਜਿਹੜੇ ਵਿਕਾਰਾਂ ਦੇ ਪਾਲੇ ਦੇ ਨਾਲ, ਜਿਹੜਾ ਜੰਮਣ ਮਰਨ ਦਾ ਪਾਲਾ ਸੀ ਇਹਨਾਂ ਦਾ, ਉਹ ਸਾਰਾ ਖਤਮ ਹੋ ਜਾਂਦਾ। ਬਸ ਖੁਸ਼ੀਆਂ ਹੀ ਖੁਸ਼ੀਆਂ ਆ ਜਾਂਦੀਆਂ ਨੇ। ਕਦੋਂ? ਜਦੋਂ ਮਨੁੱਖ ਚੋਲਾ ਪਾ ਕਰਕੇ ਜਿਹੜਾ ਜੀਵ ਸਤਿਗੁਰੂ ਰਵਿਦਾਸ ਜੀ ਦੇ ਨਾਮ ਨਾਲ ਜੁੜ ਜਾਂਦਾ ਹੈ। ਗੁਰੂ ਜੀ ਨੇ ਕਿਹਾ ਸੀ, ਜੈਸੀ ਪੁਰੈਨ ਪਾਤ ਰਹੇ ਜਲ ਸਮੀਪ, ਪਨ ਰਵਿਦਾਸ ਜਨਮੇ ਜਗ ਸੋਏ। ਪੁਰੈਨ ਪਾਤ ਇੱਕ ਜੜੀ ਹੁੰਦੀ ਹੈ। ਇਹਦੇ ਲਈ ਬਹੁਤ ਵਾਰੀ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਹੈ। ਪਹਿਲੇ ਸਮਿਆਂ ਦੇ ਵਿੱਚ
ਗੁਲਦਸਤੇ ਜਿਸ ਤਰ੍ਹਾਂ ਅੱਜ ਕੱਲ ਬਾਜ਼ਾਰਾਂ ਚੋਂ ਮਿਲਦੇ ਨੇ ਨਹੀਂ ਸਨ ਮਿਲਦੇ, ਤੇ ਲੋਕ ਉਹ ਜਿਹੜੀ ਪੁਰੈਣ ਪਾਤ ਚੁਪੱਤੀ ਜੜੀ ਜਿਹਨੂੰ ਕਹਿੰਦੇ ਨੇ ਸੁੱਕੀ ਜਈ ਮਿਲਦੀ ਬਾਜ਼ਾਰ ਚੋਂ ਲੈ ਆਉਂਦੇ, ਉਹ ਪਾਣੀ ਦੇ ਵਿੱਚ ਆ ਕੇ ਪਾ ਦਿੰਦੇ ਤੇ ਉਹ 3-4 ਦਿਨ ਬਾਅਦ ਹੀ ਉਹ ਖਿੜ ਜਾਂਦੀ, ਉਹਦਾ ਗੁਲਦਸਤਾ ਬਣ ਜਾਂਦਾ। ਇਸੇ ਤਰ੍ਹਾਂ ਨਾਮ ਨਾਲ ਜੁੜ ਕੇ ਜੀਵ ਦਾ ਮਨ ਜਿਹੜਾ ਹੈ ਖਿੜ ਜਾਂਦਾ ਹੈ। ਗੁਰੂ ਪਿਆਰੀ ਸਤ ਸੰਗਤ ਜੀਓ, ਇਹ ਜਿਹੜੀ ਰੂਹ ਹੈ, ਆਤਮਾ ਹੈ, ਗੁਰੂ ਚਰਨਾਂ ਨਾਲ ਜੁੜ ਕੇ ਫਿਰ ਮਸਤ ਹੋ ਜਾਂਦੀ ਹੈ ਤੇ ਭਵਰੇ ਦੇ ਵਾਂਗ ਗੀਤ ਗਾਣਾ ਸ਼ੁਰੂ ਕਰ ਦਿੰਦੀ ਹੈ। ਸਤਿਗੁਰ ਜੀ ਦੇ ਕਹਿਣ ਦਾ ਭਾਵ ਹੈ ਕਿ ਅਸੀਂ ਘਰਾਂ ਦੇ ਵਿੱਚ ਵੀ ਗੁਰਮੁਖ ਆ ਨਾ, ਕਦੀ ਕਿਸੇ ਨੂੰ ਚੁਭਵੀਂ ਗੱਲ ਨਹੀਂ ਕਰਨੀ, ਹਰ ਟਾਈਮ ਚਿਹਰੇ ਤੇ ਮੁਸਕਰਾਹਟ ਰਹੇ, ਖੁਸ਼ੀ ਰਹੇ। ਕਿਸੇ ਵੀ ਪਰਿਵਾਰ ਦੇ ਜੀ ਨਾਲ ਗੱਲ ਕਰਨੀ ਹੈ ਨਾ, ਖੁਸ਼ ਹੋ ਕੇ ਕਰਨੀ। ਅਸੀਂ ਸਾਰੇ ਗੁਰ ਭਾਈ ਹਾਂ, ਆਪਸ ਵਿੱਚ ਪਿਆਰ ਰੱਖਣਾ ਹੈ, ਕਿਸੇ ਨਾਲ ਨਫ਼ਰਤ ਨਹੀਂ ਕਰਨੀ। ਕਈ ਵਾਰੀ ਕਈ ਕਹਿੰਦੇ ਉਹ ਮੇਰੇ ਨਾਲ ਨਫ਼ਰਤ ਕਰਦਾ ਹੈ, ਉਹ ਉਹਦੇ ਵੱਸ ਦੀ ਗੱਲ ਹੈ ਨਾ, ਮੈਂ ਉਹਦੇ ਨਾਲ ਪਿਆਰ ਨਾ ਕਰਾਂ ਇਹ ਉਹਦੇ ਵੱਸ ਦੀ ਗੱਲ ਨਹੀਂ। ਅਸੀਂ ਸਭਨਾਂ ਦੇ ਨਾਲ ਪਿਆਰ ਕਰਨਾ ਹੈ। ਸਾਡੀ ਜ਼ਬਾਨ ਦੇ ਉੱਪਰੋਂ ਹਮੇਸ਼ਾ ਪਿਆਰ ਨਿਕਲੇ, ਮਠਾਸ ਨਿਕਲੇ। ਗੁਰੂ ਜੀ ਨੇ ਇਹ ਸਾਨੂੰ ਸਮਝਾਇਆ ਹੈ, ਇਹ ਸਾਨੂੰ ਦੱਸਿਆ ਹੈ। ਤੋ ਗੁਰੂ ਪਿਆਰੀ ਸਤ ਸੰਗਤ ਜੀਓ, ਸਤਿਗੁਰ ਜੀ ਕਹਿੰਦੇ ਨੇ ਨਿਮਨ ਫਲ ਬਹੁ ਬਾਗ ਮੇ ਗਲ ਗਲ ਆਮ ਅਨਾਰ। ਨਿਮਰਤਾ ਦੇ ਵਿੱਚ ਬਹੁਤ ਗੁਣ ਹੁੰਦੇ ਨੇ, ਜਿਹਦੇ ਚ ਨਿਮਰਤਾ ਆ ਗਈ, ਦੀਨਤਾ ਆ ਗਈ, ਉਨ ਸਾਰੇ ਫਲਾਂ ਨੂੰ ਪ੍ਰਾਪਤ ਕਰ ਲਿਆ ਹੈ। ਇਸ ਕਰਕੇ ਗੁਰਮੁਖ ਦੇ ਵਿੱਚ ਇਹ ਨਿਮਰਤਾ, ਦੀਨਤਾ ਰਹਿਣੇ ਚਾਹੀਦੇ ਹਨ। ਇਹਨਾਂ ਨੂੰ ਆਪਣੇ ਚ ਅਸੀਂ ਰੱਖਣਾ ਹੈ। ਇਹ ਗੁਰੂ ਜੀ ਨੇ ਆਪਣੀ ਬਾਣੀ ਚ ਕਿਹਾ। ਪਾਤਸ਼ਾਹ ਜੀ ਫਿਰ ਆਪਣੀ ਬਾਣੀ ਚ ਅੱਗੇ ਫਰਮਾਉਂਦੇ ਹਨ, ਗੁਰਮੁਖ ਗੁਰ ਕੀ ਸ਼ਰਨ ਗਹੈ, ਕਰਤੇ ਖੂਬ ਵਿਚਾਰ। ਸਤਿਗੁਰ ਕੇ ਪ੍ਰਤਾਪ ਕਰ, ਸਮਝੇ ਸਾਰ ਆਸਾਰ। ਕਰਕੇ ਦ੍ਰਿੜ ਉਪਦੇਸ਼ ਗੁਰ, ਭਵ ਨਿਦ ਉਤਰੇ ਪਾਰ। ਮੰਦ मेरे राम हम बारक, हर प्रभ की है यान। तन तन गुर सतगुर पांदा, जिन हर उपदेश दे किए सियान। ऐ मेरे प्रभु, असी इस तरह सां जिस तरह एक कोरा अनपढ़ बच्चा हुंदा है, जिन्हों कोई ऊड़ा एड़ा नहीं आंदा, पर जदों कदे उस स्कूल च आना जाना शुरू कर दिंदा है, तो एक दिन ऐसा आ जाता है, उन्हें हर किताब पढ़नी आ जाती है।
इसी तरह असी रूहानियत तो कोरे सां, सानू पता नहीं सी शब्द की है, नाम की है, जपना किस तरह है, ध्यान साधना किस तरह लगानी करनी है। जदों असी सत्संग च आना जाना शुरू किया, उन्हां दा आशीर्वाद साडे ते हो गया ते सानू सतगुर की प्रताप कर समझे सार आसार। सतगुर दी किरपा दे नाल, उन्हां दी बख्शिश दे नाल सानू सार आसार, सच ते झूठ दा पता चल गया। सच की है, झूठ की है। करके दड़ेड़ उपदेश गुर, पवनिद उतरे पार। कहंदे ने जिन्हां ने सतगुर दे उपदेश नूं निश्चय करके मन लिया, अपने गुरु ते जिन्हां दा यकीन हो गया, वो पवनिद, वो पव सागर तो उन्हां दा पार उतारा हो गया। मंद भाग बिन सतगुर, डूबन पवनिद तार। कहंदे ओ मंदे भागां वाले ने जेड़े गुरु जी दी शरण च जाके गुरु जी दी गल नूं नहीं मन्निया, ओ डूबन पवनिद तार, ओ पव सागर दे विच डुब गए। पव सागर कोई ये नहीं है कि मरण तो बाद कोई समुंदर है, ये दुनिया ही पव सागर है। जेड़े सतगुर दे चरनां नाल जुड़ गए, दुनिया दे विच बहुत प्यार नाल रहिंदे ने, उदां दा पार उतारा हो गया। उन्होंने अपने जीवन नूं स्वर्ग बना लिया। बहुत सारे लोग, बहुत सारे धर्म ग्रंथां च ये आउंदा है कि जेड़ा चंगा बंदा है मरण तो बाद स्वर्गां च जांदा है, ते जेड़ा माड़ा बंदा है मरण तो बाद नरकां च जांदा है। पर सतगुरु रविदास जी कहंदे ने तुसी मेरे ऐसे सेवादार बनो, ऐसे श्रद्धालु बनो कि आप जींदे जी स्वर्ग अपना जीवन बनाओ, ते जिथे भी जाओ उथे ही स्वर्ग बना देवो। किहो जिहा गुण साडे च होना चाहिए कि जिथे भी जाइए उथे ही असी स्वर्ग बना दिए। साडे च इतनी मठास, इतनी दीनता, इतनी निमरता हो जावे कि जिथे भी जाइए उथे ही स्वर्ग बना दिए। गल कोई ज्यादा वड्डी नहीं हुंदी, छोटियां छोटियां गल्लां नूं लैके अपने घरां नूं नरक बना दिंदे है। निक्कियां निक्कियां गल्लां साडे परिवारां च बहुत वड्डियां गल्लां नहीं हुंदियां। छोटियां छोटियां गल्लां नूं लै करके असी अपने घरां नूं नरक बना लैंदे हां कि जिथे असी 7-8 रोजाना फुलके खा के हजम करदे हां, असी एक दूजे दी गल नहीं हजम कर सकदे। करनी चाहिदी है। असी सतगुरु जी दे सेवादार हां। बेनती है सच्ची मुच्ची दे सेवादार बनो, दखलावे दे नहीं। साडे घर स्वर्ग बन जान। जो गुरु जी ने कहा ना, करके दृढ़ उपदेश गुर ते भावने दे उतरे पार। तुसी गुरु जी दे उपदेश नूं, उन्हां दे उपदेशां नूं अपने जीवन च अपना लवो, तुहाडा जीवन स्वर्ग बन जावेगा। ते फिर असी गुरु जी दे सच्चे सुच्चे सरदालू हो जावांगे। जो गुरु जी ने कहा सी ना, कही रवदास खलास चमारा, जो हम सहरी सो मीत
हमारा। मेरा मित्र मेरा सरदालू कौन है? जेड़ा अपने जीवन नू बेगमपुरे च बदल लैंदा है, जेड़ा अपने परिवारां नू स्वर्ग बना दिंदा है। असी सतगुर जी दे सरदालू सच्चे सुच्चे बनना है। असी अपने घरां नू स्वर्ग बनाना है। मेरी अज दी बेटियां और बेटियां अगे बेनती है कि अज थोड़ी जी भी गल असी एक दूजे दी सहन नहीं करते। जल्दी नाल कहने आ मैं ते तैनू लाइक ही नहीं करदा, मैं ते तैनू लाइक ही नहीं करदी। नहीं, असी गुरु जी दे सेवक हां ते गुरु जी ने सानू सबक दिता है कि असी सब नू लाइक करदे हां, सब नू प्यार करदे हां, किसी नाल नफरत नहीं करदे। एक ही एक अनेक होए बिस्तरेओ, आन रे आन भरपूर सौ। रब एक है, असी सारे उहदे बच्चे हां ते सबना दे नाल असी प्यार करना है, परिवारां नू स्वर्ग बनाना। इस तरह की कहानी बना लवो जीवन दे विच। अगर किते मन मटाप हो भी जाए ना परिवार च, पहली ते गल करना ही नहीं, पर शाम तक एक दूजे नाल बोलना जरूरी, जरूर बोल लेना। क्योंकि जेड़ा टाइम गुजर गया ना एक दूजे नाल नफरत च, तो नफरत दे नाल साडा बहुत ज्यादा अंदरों अंदरी खून सड़दा है। साडे चो चंगे तत्त खत्म हुंदे ने ते जदों खुशी हुंदी है ना चंगे तत्त साडे च आ जांदे ने। सब तो ज्यादा जेड़ियां बीमारियां टेंशन करके ही पैंदियां। इस करके किसी किस्म की टेंशन नहीं लैनी। परिवारां च ते बिल्कुल प्यार रखना है। की गल होना की झगड़ा साडा आपस च? लून ज्यादा पै गया, तू इतना क्यों कीता? ये किहड़ी गल है वे? छोटी जी गल है, कोई गल नहीं। हाँ तू तैनू मैं कहा सी अज मशरूमां लैन दियां, तू उथों पालक फड़ लियांदी है भी उहदे कोल पैसे उन्ने होणगे, कोई गल नहीं है। अज पालक खा लो, कल मशरूमां खा लियो, यह कोई बहुत वड्डी गल्लां नहीं है। मैं वेखदा रहना परिवारां दीयां गल्लां, सुनदा ही रहना। ननाना आ गईयां, मुंह चढ़ गया, भैनां आ गईयां, खुश हो गई। हाँ है भैन आई ना मेरी है, नहीं वो भी भैनां ही है साडियां। हुंदा ते है। मैं एक दिन कोई खास ही है सेवादार, मैं क्या मैनू यह नहीं समझ आउंदी कि जदों तुहाडी मां आउंदी है बड़ियां खुश हुंदी हो, जदों सस लभदी है फिर तुहाडे चों जिवें हवा ही निकल जाती है। तो वो कहने लगी चलो टाइम आएगा जी जवाब देवांगे। उन कुदरती मेरी बीमार हो गई, मैं परेशान हो गया। उन्होंने मैनू बुलाया ऑफिस, मैं आया नहीं, आ गए कहते ये हुंदी है मां। अज तुसीं संत बन गए, तुहानू भी मां याद आ गई। मैं क्या गल तो ठीक है, कहते इस करके साडा भी मावां नाल प्यार है। मेरी बेनती है वीरां अगे कि ऐ नहीं करया करो, मां नाल बड़ा प्यार करदी। अजकल तो एक बड़ी अजीब गल, मां नू बड़े टेलीफोन करदी है, वो करे ना जिन्हें इत्थों तक पहुंचाया उन्हें। ए बच्चिओ ये गल नहीं कहनी, उन्हें इत्थों तक पहुंचाया उन्होंने, तो मां अपनी नू फोन भी नहीं कर सकती कि वो तुहाडी गुलाम ही है। घर छड्ड के आ गई, मां प्यो छड्ड के आ गई। इन्ना भी गुलाम नहीं बनाना कि वो आखिर कह दे कि जा अपने घर, तू खुश ते मैं अपने घर खुश। ये नहीं करना, खुश रहो। कदे भी एक दूजे नू गुलाम बनाने की कोशिश नहीं करनी। असी की असी जीवन साथी, एक दूजे दे जीवन साथी हाँ। एक दूजे दे नाल प्यार करना है, प्यार प्रेम करना है। बजुर्ग हो गए कई, अजे तक वो अपने उन्हां दा विश्वास ही नहीं एक दूजे ते बनिया नहीं।
विश्वास करना है, प्यार करना है। गुरु जी कहते हैं तुसी मेरे सेवादार हो, मैं तुहाडा घर स्वर्ग देखना चाहता हाँ। असी अपने घरां नूं स्वर्ग बनाना ते मैनूं खुशी है कि जितने भी तुसी आउंदे हो गुरु घर च 90% तो भी ज़्यादा घरां च प्यार ही है। ऐ ते वैसे मैं तुहानूं हसाउण लई कीता है। नहीं नहीं साडियां धीआं बहुत चंगियां ने, ये नहीं कहंदियां जे उन पालक भी नहीं लियांदी ते ओह कहंदे चार नाल ही चलेगा, कोई गल नहीं, बहुत चंगियां ने। साडे वीर भी बड़े, बच्चे भी बहुत चंगे ने। बहुत ही इतना ही रहना, प्यार रखना, प्रेम रखना। ते गुरु जी फिर अपनी बाणी च अगे फरमाउंदे हैं, सतगुर के प्रसाद हम जाने आया तम राम, जानन जोग सो जाने जो आत्म निज धाम, मिटिया गमन गुर दया ते, पाया अब विश्राम, अनेक जन्म दुख पाए कर, आए गुर की शाम, सतगुर के प्रसाद हम जानिया आत्म राम, जानन जोग सो जानिया जो आत्म निज धाम, मिटिया गमन गुर दया ते, पाया अब विश्राम, अनेक जन्म दुख पाए कर, आए गुर की शाम। सतगुरु जी कह रहे ने सतगुर के प्रसाद हम जानिया आत्म राम। सतगुर दी किरपा दे नाल, उन्हां दी बख्शिश दे नाल कहंदे मैं मालिक नूं जान लिया। मालिक की है मैं समझ गया। गुरमुख नूं पता लग जांदा है मालिक पत्थर दी मूर्ति नहीं है। रब कोई धर्म स्थाना ते कैद नहीं कीता होया। गुरमुख अपने आप नूं जान गया। जदों समझ गया तो उन्हें पता लग गया कि वो रब मेरे अंदर ही है। मन मंदिर तन वेश कलंदर, कट ही तीर्थ नावा। एक शब्द मेरे प्राण बसत है, बौड़ जन्मनी आवा। मेटिया गमन गुर दया ते, पाया अब विश्राम। गुरु ने ऐसी कृपा की, मेरे सारे गम खत्म कर देते।
गुरु हुंदा ही वो है जिहड़ा गम्मां नूं खत्म करे, जिहड़ा दुखां नूं खत्म करे, जिहड़ा सानू अंध विश्वास विच पा देवे, उन्नू गुरु नहीं कहिंदे। सुल्तान बहू जी ने कहा सी, मीम मुरसद ऐसा सहेड़िए जो दो जग खुशी दिखाए हो। अव्वल टुकड़े दा मेटे, गम टुकड़े दा मेटे, दत रब दा राह दिखाए। कहंदे ने ओ गुरु जिहड़ा दोनां जहानां च सानू खुशी देवे, इत्थे सानू दस देवे तेरी रोजी रोटी वधिया किस तरह चल सकती है। विकारां दा त्याग करके, प्यार करके तू सुखी जीवन गुजार सकना ते नाम जप के अगला जीवन सुधर जाएगा, जो दोनों जहानां च खुशी देवे। सतगुरु रविदास महाराज जी ने सानू दोनों जहानां च खुशी दिती, इस संसार च भी अगे भी। जिन्हां ने भी उन्हां दी बाणी नूं मन्निया, वाਕਿਆ उन्हां दी जीवन आनंदमई हो गए हैं। सो अनेक जन्म दुख पाई कर आए गुर की साम। बहुत सारिया रूहां अनेकां दुखां नूं पा के गुरु चरनां च जदों जुड़ियां ते गुरु ने किरपा करती, उन्हां दे सारे दुख खत्म कर दिते। अपने चरनां नाल जोड़िया ते आनंद ही आनंद दे दिता। और ये बिल्कुल सच है, गुरु चरनां दे विच जो भी आया बहुत प्यास जवाब ना पाया। कही रविदास सरन प्रभ तेरी, ज्यों जानियो त्यों कर गत मेरी। उन्होंने उसकी गति कर दी, उन्होंने अपने चरनां नाल जोड़ के उदा जीवन आनंदमई बना दिता। जो भी गुरु दे चरनां नाल जुड़िया, असी भी उन्हां दे चरनां नाल जुड़े हुए हाँ। साडे ते भी अनेकां बख्शिशां गुरु जी ने कीतियां होईयां। बस इन्हां बख्शिशां नूं हमेशा याद रखना। ते जो जेड़े अजे तक गुरु चरनां नाल नहीं जुड़े, अजे भी जेड़े विकारां च पे हुए ने, अजे भी जेड़े अब गुनाह दे विच पे हुए ने, जिन्हां दा अजे भी जीवन जेड़ा वो दुखदाई जिहा है, उन्हां नूं भी असी कहना, आओ वीरो तुसी भी साडे वांग गुरु चरनां च जुड़ो, तुहाडा भी जीवन आनंदमई हो जाए, सुखी हो जाए। मैं देखना बहुत सारे बच्चे नौजवान दोने जी इत्थे आंदे ने, सेवा करते ने, चेहरे खिड़े रहंदे ने। और मैनू भी खुशी हुंदी है कि सतगुरु जी दी ऐसियां बख्शिशां इन्हां ते ने, ऐसियां किरपा ने इन्हां ते कि कितने खुश ने। ते यही खुशी लैण लई असी गुरु चरनां च आना है। ये खुशी नूं हमेशा याद रखना है। मेरी बेनती है कि केवल गुरु घर च नहीं, घर च भी यही खुशी रखनी है, परिवारां च भी यही खुशी, माँ प्यो दे नाल भी, भैन भरावां दे नाल भी खुश रहना ते अपने मालिक दी रजा च रहना। यही आनंद मार्ग गुरु जी ने दस्या। फिर गुरु जी अपनी बाणी च अगे फरमाउंदे ने, दा उपदेश है असी मन दे पीछे नहीं चलना है, मन नू अपने पीछे चलाना है। सतगुर किरपा करन, बख्शिश करन आप सबना दे वास्ते। ये फग्गन महीना वधिया महीना होवे, तंदुरुस्तियां रहन आप सारियां संगतां दियां। और सतगुर किरपा करन इसी तरह नाम नाल आप नू जोड़ी रखन। एक दो जरूरी सूचना है, जिस तरह नाम शब्द दिता जांदा सी करोना काल दे विच जिहड़ी दिगसा सी वो असी दोपहर नू रख दिती हुई सी, प्रभात वेले नू छड्ड के। अज ही साडी सवेरे मीटिंग हुई तो ये पास किया गया
कि दोबारा हर संगरांद नूं प्रभात वेले ही नाम दिता जाएगा। हर संगरांद नूं प्रभात वेले और मेन भंडारियां दे विच जो भंडारे तो बाद जिस तरह हुण मेन भंडारा गुरु रविदास जी आना है, उस 27 फरवरी नूं सत्संग तो बाद कोई 3 बजे नाम शबद दिता जाएगा। लेकिन संगरांद नूं जिस दिन संगरांद होया करेगी, नामदान लैन वालियां नूं रात नूं आना पे करेगा। प्रभात वेले 5 तो 6 बजे तक उन्हां नूं नाम शबद दिता जाएगा। दूजी बेनती है कि कई संगतां सुबह नहीं सन आईयां, जो शोभा यात्रा है वो 25 तरीक नूं होनी है। पठानकोट इत्थे गुरु घर चों शुरू होके जिथे अगे सपूਰਨ हुंदी है SD ग्राउंड दे विच, उस महल्ले दे विच ही जाके ये सपूਰਨ होवेगी और 27 तरीक नूं गुरु जी का जन्मदिन मनाया जाएगा। ते 27 तरीक नूं ही ब्लड डोनेशन कैंप लगाया जाता है, खूनदान कैंप। तो मेरी बेनती रहेगी कि जेड़े भी नौजवान खूनदान करना चाहन, वो अपना जेड़ा नाम है वो ऑफिस दे विच या युवा संगठन दे सीनियर जो केवल कृष्ण ने उन्हां नाल तुसी संपर्क कर सकते हो। ते नाल ही एक होर बेनती है कि बहुत सारे सेवादारां दी इत्थे जरूरत है, जिहड़े भी रिटायर लोग होए ने, जिहड़े किसी प्रबंध नूं ठीक तरीके देख सकते ने, प्लीज़ वो इत्थे सेवावां लैण ताकि डेरे दा काम होर वधिया तरीके नाल चल सके। ये जरूरी बेनतियां सन। सारियां संगतां नूं फिर तो जय गुरुदेव, जय गुरु रविदास। जो डेरे दा हजूरी रागी जत्था बनिया वो ही आरती नूं कह दिंदा। नाम तेरो आरती मजन मुरारे, हर के नाम बिन छूटे सगल पसारे। नाम तेरो आरती मजन मुरारे, हर के नाम बिन छूटे सगल पसारे। नाम तेरो आसनो, नाम तेरो उरसा, नाम तेरो आसनो, नाम तेरो उरसा। नाम तेरा केसरो लेश टिकारे, हर के नाम बिन छूटे सगल पसारे। नाम तेरो आरती मजन मुरारे, हर के नाम बिन छूटे सगल पसारे। नाम तेरा अम्बला, नाम तेरो चंदनो, नाम तेरा अम्बला, नाम तेरो चंदनो। कस जपे नाम ले, नाम तेरे की जोत लगाई। भेयो जियारो पवन सगलारे, हर के नाम बिन छूटे सगल
नाम तेरो तागा नाम फूल माला, नाम तेरो तागा नाम फूल माला, पारे 18 सगल जोठारे, हर के नाम बिन छूटे सगल पसारे, नाम तेरो आरती मजन मुरारे, हर के नाम बिन छूटे सगल पसारे। तेरो किया तुझे क्या यारे पो, तेरो किया तुझे क्या यारे पो, नाम तेरा तू ही चवर डुलारे, हर के नाम बिन छूटे सगल पसारे, नाम तेरो आरती मजन मुरारे, हर के नाम बिन छूटे सगल पसारे। दस अठाठ सठ चारे खाने, दस अठाठ सठ चारे खाने, यह बर्तन है सगल संसारे, हर के नाम बिन छूटे सगल पसारे, नाम तेरो आरती मजन मुरारे, हर के नाम बिन छूटे सगल पसारे। कह रविदास नाम तेरो आरती, कह रविदास नाम तेरो आरती, सत्य नाम है हर भोग तुहारे, हर के नाम बिन छूटे सगल पसारे, नाम तेरो आरती मजन मुरारे, हर के नाम बिन छूटे सगल पसारे, हर के नाम बिन छूटे सगल पसारे, हर के नाम बिन छूटे सगल पसारे। हरिदास रविदास नाम का जगत में झंडा गड़ाया पार, पाप पुरुष सब थक गए, जिसने परया पार, रविदास नाम का जगत में सूरज चमक रहा, उपदेश लिया जिस गुरु से, हृदय दमक रहा, रविदास नाम इस जगत में है लालन के लाल, प्राप्त उनको है सही सतगुर जिन पर दयाल, श्वास जाए परवाह न करो, पुण्य पुण्य लायो वाक, भगत जान वैराग की धरियो अपना हाथ, विनती करूं हाथ जोड़ के, सुनो गुरु रविदास,
सोहंग नाम जहाज है, चढ़े सो तेरे पार। जो श्रद्धा कर सेवत सतगुर, पार उतारने हारे। नमस्कार गुरुदेव को, जुग जुग तारने हार। चिता जवार ऋषि वाल्मीक जी, नाम देव कुल तारे। नाम देव कुल तार जुगा जुग, तारा भगत कबीर। जैन बहादुर सैन की संबुक ऋषि बलवीर। रंका बंका भीलनी, भगत बैठारे निहास। लो लंगर चलते रहे, करो काम को रास। जिया जंत परिवार का, रहे नाम से ध्यान। गुरु रविदास ऋषि वाल्मीक जी, सदा करे कल्याण। जिया जंत परिवार का, रहे नाम से ध्यान। गुरु रविदास ऋषि वाल्मीक जी, सदा करे कल्याण। श्लोक हर सोहीरा छाड़ के, करे आन की आस। ते नर दोजख जाएंगे, सत्य पाके रविदास। ऐसा चाहूं राज में जहां, मिले सबन को अन्न। छोट बड़ो सब सम बसे, रब दास रहे प्रसन्न। छोट बड़ो सब सम बसे, रब दास रहे प्रसन्न। जो बोले सो निर्वै, सतगुरु रविदास महाराज की जय। स्वामी जगत गिर महाराज की जय। स्वामी गुरुदीप गिर महाराज की जय। सब साध संतन की जय। जय गुरुदेव।